ਅੱਜ ਤੁਹਾਨੂੰ ਦਿਖਾਉਣਾ ਹੈ ਕਲੰਦਰੀ ਦਰਵਾਜ਼ਾ। ਅੱਜ ਤੁਹਾਨੂੰ ਜਿਹੜੇ 2.5 ਕਲੰਦਰ ਨੇ, 2.5 ਕਲੰਦਰਾਂ ਦੇ ਵਿੱਚੋਂ ਇੱਕ ਵੱਡੇ ਕਲੰਦਰ ਹੋਏ ਨੇ ਬੂ ਅਲੀ ਸ਼ਾਹ ਕਲੰਦਰ। ਉਹਨਾਂ ਦੀ ਦਰਗਾਹ ਦਿਖਾਉਣੀ ਹੈ, ਉਹਨਾਂ ਦੇ ਜੀਵਨ ਇਤਿਹਾਸ ਨੂੰ ਦਿਖਾਉਣਾ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਬਣੀ ਹੋਈ 800 ਸਾਲ ਪੁਰਾਣੀ ਉਹਨਾਂ ਦੀ ਦਰਗਾਹ ਦਿਖਾਵਾਂਗੇ ਤੁਹਾਨੂੰ। ਆ ਤੁਸੀਂ ਸਾਹਮਣੇ ਜਿਹੜੀ ਦਰਗਾਹ ਦੇਖ ਰਹੇ ਹੋ, ਇਹ ਦਰਗਾਹ ਅਲੀ ਬੂ ਸ਼ਾਹ ਕਲੰਦਰ ਜੀ ਹੋਰਾਂ ਦੀ ਹੈ। ਦੱਸਿਆ ਜਾਂਦਾ ਹੈ ਵੀ 800 ਸਾਲ ਪਹਿਲਾਂ ਬੂ ਅਲੀ ਸ਼ਾਹ ਕਲੰਦਰ ਜਦੋਂ ਇਸ ਅਸਥਾਨ ਦੇ ਉੱਤੇ ਰਹਿੰਦੇ ਹੁੰਦੇ ਸੀ, ਉਸੇ ਸਮੇਂ ਇਹ ਦਰਵਾਜ਼ਾ ਸੀ ਔਰ ਇਸ ਦਰਵਾਜ਼ੇ ਨੂੰ ਕਲੰਦਰੀ ਦਰਵਾਜ਼ਾ ਕਿਹਾ ਜਾਂਦਾ ਸੀ। ਸੋ ਦਰਸ਼ਕੋ, ਦੱਸਣ ਦੇ ਮੁਤਾਬਕ ਇਹ ਜਿੰਨੀ ਇਹ ਪੁਰਾਣੀ ਬਿਲਡਿੰਗ ਹੈ, ਪਰ ਅਜੇ ਤੱਕ ਵੀ ਇਹਦੇ ਵਿੱਚ ਕਿਤੇ ਨਾ ਸੀਮੈਂਟ ਔਰ ਨਾ ਸਰੀਏ ਦਾ ਪ੍ਰਯੋਗ ਕੀਤਾ ਗਿਆ ਹੈ। ਸੋ ਇਹ ਸਾਰੀ ਲਾਲ ਚੂਨਾ ਪੱਥਰ ਦੀ ਬਣੀ ਹੋਈ ਹੈ। ਉੱਪਰ ਭਾਵੇਂ ਜਿਹੜਾ ਸੀ ਉਹ ਰੰਗ ਕੀਤਾ ਹੋਇਆ ਹਰਾ ਰੰਗ, ਚੂਨਾ ਪੱਥਰ ਦੇ ਨਾਲ ਬਣੀ ਹੋਈ ਹੈ ਔਰ ਕੋਈ ਇਹਦੇ ਵਿੱਚ ਸਰੀਆ ਜਿਹੜਾ ਹੈ, ਕਿਸੇ ਸਰੀਏ ਦੀ ਵਰਤੋਂ ਨਹੀਂ ਕੀਤੀ ਗਈ। ਦਮਾਦਮ ਮਸਤ ਕਲੰਦਰ ਅਲੀ ਬੂ ਸ਼ਾਹ ਕਲੰਦਰ ਸਾਈਂ ਦਾ ਪਹਿਲਾ ਮੰਦਰ। ਇਹ ਗਾਣਾ ਮੈਨੂੰ ਲੱਗਦਾ ਵੀ ਹਰ ਇੱਕ ਪੰਜਾਬੀ ਨੇ ਨੁਸਰਤ ਫਤਿਹ ਅਲੀ ਖਾਨ ਦਾ ਸੁਣਿਆ ਹੋਣਾ ਔਰ ਪੰਜਾਬ ਦੇ ਹਰ ਇੱਕ ਸੁਰੀਲੇ ਗਾਇਕ ਨੇ ਇਹ ਗਾਣਾ ਜ਼ਰੂਰ ਗਾਇਆ ਹੋਣਾ, ਦਮਾਦਮ ਮਸਤ ਕਲੰਦਰ। ਦਰਸ਼ਕੋ, ਕੌਣ ਸੀ ਇਹ ਮਸਤ ਕਲੰਦਰ? ਗਾਣਾ ਅਸੀਂ ਬੜਾ ਸੁਣਿਆ ਪਰ ਹੈ ਕੌਣ? ਅੱਜ ਤੁਹਾਨੂੰ ਸਾਰੀ ਸਟੋਰੀ ਸੁਣਾਉਣੀ ਹੈ। ਇਹ ਸਟੋਰੀ ਇਸ ਕਰਕੇ ਸੁਣਾਉਣੀ ਹੈ ਵੀ ਜਿਹੜੇ ਮੈਂ ਦਰਵਾਜ਼ੇ ਦੇ ਵਿੱਚ ਖੜਾ ਹੋਇਆ, ਇਸ ਦਰਵਾਜ਼ੇ ਨੂੰ ਕਲੰਦਰੀ ਦਰਵਾਜ਼ਾ ਕਿਹਾ ਜਾਂਦਾ ਹੈ ਔਰ ਇਹ ਦਰਵਾਜ਼ਾ ਅੱਜ ਤੋਂ 800 ਸਾਲ ਪਹਿਲਾਂ ਦਾ ਬਣਿਆ ਹੋਇਆ। ਅੱਜ ਤੁਹਾਨੂੰ ਦਿਖਾਉਣਾ ਹੈ ਕਲੰਦਰੀ ਦਰਵਾਜ਼ਾ। ਅੱਜ ਤੁਹਾਨੂੰ ਜਿਹੜੇ 2.5 ਕਲੰਦਰ ਨੇ, 2.5 ਕਲੰਦਰਾਂ ਦੇ ਵਿੱਚੋਂ ਇੱਕ ਵੱਡੇ ਕਲੰਦਰ ਹੋਏ ਨੇ ਬੂ ਅਲੀ ਸ਼ਾਹ ਕਲੰਦਰ। ਉਹਨਾਂ ਦੀ ਦਰਗਾਹ ਦਿਖਾਉਣੀ ਹੈ, ਉਹਨਾਂ ਦੇ ਜੀਵਨ ਇਤਿਹਾਸ ਨੂੰ ਦਿਖਾਉਣਾ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਬਣੀ ਹੋਈ 800 ਸਾਲ ਪੁਰਾਣੀ ਉਹਨਾਂ ਦੀ ਦਰਗਾਹ ਦਿਖਾਵਾਂਗੇ ਤੁਹਾਨੂੰ। ਆਓ ਆਪਾਂ ਨਾਲ ਨਾਲ ਬੂ ਅਲੀ ਸ਼ਾਹ ਕਲੰਦਰ ਦੀ 800 ਸਾਲ ਪੁਰਾਣੀ ਦਰਗਾਹ, ਉਹਨਾਂ ਦੇ ਸਮੇਂ ਦਾ ਬਣਿਆ ਹੋਇਆ ਦਰਵਾਜ਼ਾ, ਉਹ ਆਪਾਂ ਦੇਖਾਂਗੇ ਤੇ ਨਾਲ ਉਹਨਾਂ ਦੇ ਆਪਾਂ ਇਤਿਹਾਸ ਨੂੰ ਜਾਣਦੇ ਹਾਂ। ਕੌਣ ਸਨ ਬੂ ਅਲੀ ਸ਼ਾਹ ਕਲੰਦਰ? ਆਓ ਚੱਲਦੇ ਹਾਂ। ਸੋ ਦਰਸ਼ਕੋ, ਜੇਕਰ ਇਸਲਾਮ ਜਗਤ ਦੀ ਪ੍ਰਚਲਿਤ ਮਾਨਤਾ ਦੀ ਗੱਲ ਕਰੀਏ ਤੇ 2.5 ਕਲੰਦਰ ਦੁਨੀਆ ਦੇ ਉੱਤੇ ਮੰਨੇ ਜਾਂਦੇ ਨੇ। 2.5 ਕਲੰਦਰਾਂ ਵਿੱਚੋਂ ਪਹਿਲੇ ਨੇ ਸ਼ਾਹਬਾਜ਼ ਕਲੰਦਰ, ਜਿਨ੍ਹਾਂ ਦਾ ਜਨਮ ਪਾਕਿਸਤਾਨ ਦਾ ਮੰਨਿਆ ਜਾਂਦਾ ਹੈ। ਦੂਸਰੇ ਕਲੰਦਰ ਨੇ ਬੂ ਅਲੀ ਸ਼ਾਹ ਕਲੰਦਰ, ਜਿਨ੍ਹਾਂ ਦਾ ਜਨਮ ਪਾਣੀਪਤ ਹਰਿਆਣਾ ਦਾ ਮੰਨਿਆ ਜਾਂਦਾ ਹੈ। ਔਰ ਅੱਧੀ ਜਿਹੜੀ ਕਲੰਦਰ ਹੈ ਉਹ ਰਾਬੀਆ ਬਸਰੀ, ਜਿਹਨੂੰ ਰਾਬਾ ਵੀ ਆਪਾਂ ਕਹਿੰਦੇ ਹਾਂ, ਰਾਬੀਆ ਬਸਰੀ, ਬਸਰੇ ਦੀ ਰਹਿਣ ਵਾਲੀ, ਉਹਨੂੰ ਮੰਨਿਆ ਜਾਂਦਾ ਹੈ। ਅੱਧੀ ਕਲੰਦਰ ਮੰਨਣ ਦਾ ਕਾਰਨ ਜਦੋਂ ਆਪਾਂ ਇਸਲਾਮ ਜਗਤ ਦੇ ਕਾਜ਼ੀ ਜਾਂ ਕਿਸੇ ਵਿਦਵਾਨਾਂ ਦੇ ਕੋਲੋਂ ਸੁਣਦੇ ਹਾਂ, ਜਿਹੜੀ ਰਾਬੀਆ ਬਸਰੀ ਦੇ ਅੱਧੇ ਕਲੰਦਰ ਹੋਣ ਦਾ ਕਾਰਨ ਹੈ ਵੀ ਉਹ ਇਸਤਰੀ ਸੀ ਔਰ ਇਸਤਰੀ ਕਰਕੇ ਉਹਨਾਂ ਨੂੰ ਅੱਧੀ ਜਿਹੜੀ ਹੈ ਉਹ ਕਲੰਦਰ ਮੰਨਿਆ ਜਾਂਦਾ ਹੈ। ਸੋ ਆ ਤੁਸੀਂ ਸਾਹਮਣੇ ਜਿਹੜੀ ਦਰਗਾਹ ਦੇਖ ਰਹੇ ਹੋ, ਇਹ ਦਰਗਾਹ ਅਲੀ ਬੂ ਸ਼ਾਹ ਕਲੰਦਰ ਜੀ ਹੋਰਾਂ ਦੀ ਹੈ। ਆ ਜਿਹੜਾ ਤੁਸੀਂ ਦਰਵਾਜ਼ਾ ਦਰਸ਼ਕੋ ਦੇਖ ਰਹੇ ਹੋ ਨਾ, ਇਸ ਦਰਵਾਜ਼ੇ ਨੂੰ ਕਿਹਾ ਜਾਂਦਾ ਕਲੰਦਰੀ ਦਰਵਾਜ਼ਾ। ਇਹ ਕਲੰਦਰੀ ਦਰਵਾਜ਼ਾ 800 ਸਾਲ ਪੁਰਾਣਾ ਹੈ। ਭਾਵੇਂ ਕਿ ਸਮੇਂ-ਸਮੇਂ ਉੱਤੇ ਇਹਦੀ ਮੁਰੰਮਤ ਹੁੰਦੀ ਰਹੀ, ਪਰ ਦੱਸਿਆ ਜਾਂਦਾ ਹੈ ਵੀ 800 ਸਾਲ ਪਹਿਲਾਂ ਬੂ ਅਲੀ ਸ਼ਾਹ ਕਲੰਦਰ ਜਦੋਂ ਇਸ ਅਸਥਾਨ ਦੇ ਉੱਤੇ ਰਹਿੰਦੇ ਹੁੰਦੇ ਸੀ, ਉਸੇ ਸਮੇਂ ਇਹ ਦਰਵਾਜ਼ਾ ਸੀ ਔਰ ਇਸ ਦਰਵਾਜ਼ੇ ਨੂੰ ਕਲੰਦਰੀ ਦਰਵਾਜ਼ਾ ਕਿਹਾ ਜਾਂਦਾ ਸੀ। ਸੋ 800 ਸਾਲ ਪੁਰਾਣੀ ਦਰਸ਼ਕੋ ਇਹ ਇਮਾਰਤ ਹੈ ਔਰ ਤੁਸੀਂ ਦੇਖੋ ਅੱਜ ਵੀ ਇਹ ਲਗਭਗ ਫਿੱਕੀ ਜ਼ਰੂਰ ਪੈ ਚੁੱਕੀ ਹੈ, ਪਰ ਮਜ਼ਬੂਤੀ ਦੇ ਪੱਖੋਂ ਅੱਜ ਵੀ ਇਹ ਉਸ ਤਰ੍ਹਾਂ ਦੇ ਨਾਲ ਦਿਖਾਈ ਦਿੰਦੀ ਹੈ। ਜੇ ਇਸ ਕਲੰਦਰੀ ਦਰਵਾਜ਼ੇ ਨੂੰ ਪਾਰ ਕਰੀਏ ਤੇ ਅੱਗੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਇਹ ਗਿਆਸੂਦੀਨ ਤੁਗਲਕ, ਜੋ ਲਗਭਗ 1200
20 ਤੋਂ ਲੈ ਕੇ 1225-26 ਤੱਕ ਜਿਹੜਾ ਸੀ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਤਖਤ ਦੇ ਉੱਪਰ ਬੈਠਾ। ਔਰ ਉਸਨੇ ਇਹ ਬੂ ਅਲੀ ਸ਼ਾਹ ਕਲੰਦਰ ਜੀ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜੀ ਸੀ ਇਹ ਉਸ ਸਮੇਂ ਦਰਗਾਹ ਬਣਾਈ ਹੋਈ ਸੀ। ਸੋ ਭਾਵੇਂ ਕਿ ਸਮੇਂ ਦੇ ਨਾਲ ਨਾਲ, ਕਿਉਂਕਿ ਜਿਹੜੀ ਉੱਪਰਲੇ ਜਿਹੜੇ ਗੁੰਮਦ ਤੁਸੀਂ ਦੇਖ ਰਹੇ ਹੋ, ਉੱਪਰਲੇ ਗੁੰਮਦ 800 ਸਾਲ ਪੁਰਾਣੇ ਨੇ ਉੱਦਾਂ ਦੇ ਹੀ। ਸੋ ਕਿਉਂਕਿ ਜਿਹੜੀ ਗੁੰਮਦ ਬਣਾਉਣ ਦੀ ਕਲਾ ਹੈ ਇਹ ਸਾਰੀ ਇਸਲਾਮ ਜਗਤ ਵਿੱਚੋਂ ਆਈ ਹੈ। ਜਿਹੜੀ ਪੁਰਾਤਨ ਭਾਰਤੀ ਹਿੰਦੁਸਤਾਨੀ ਸੰਸਕ੍ਰਿਤੀ ਸੀ ਉਹਦੇ ਵਿੱਚ ਇਦਾਂ ਦੇ ਗੁੰਮਦ ਨਹੀਂ ਸੀ ਬਣਾਏ ਜਾਂਦੇ। ਇਹ ਜਿਹੜੀ ਗੁੰਮਦ ਵਾਲੀ ਸ਼ੈਲੀ ਹੈ ਇਹ ਸਾਰੀ ਇਸਲਾਮਿਕ ਸ਼ੈਲੀ ਹੈ, ਔਰ ਇਹ ਬਿਲਕੁਲ ਉਸ ਤਰ੍ਹਾਂ ਦੇ ਨਾਲ ਬਣੀ ਹੋਈ ਹੈ। 800 ਸਾਲ ਪੁਰਾਣੀ ਮੰਨੀ ਜਾਂਦੀ ਹੈ। ਬਾਅਦ ਵਿੱਚ ਜਿਵੇਂ ਜਿਵੇਂ ਇਹ ਪੁਰਾਣੀ ਹੁੰਦੀ ਗਈ, ਸੋ ਫਿਰ ਬਾਅਦ ਵਿੱਚ ਇਹਦੇ ਵਿੱਚ ਪੱਥਰ ਵੀ ਲਾ ਦਿੱਤਾ ਗਿਆ, ਇਮਾਰਤ ਦੀ ਮਜ਼ਬੂਤੀ ਬਣੀ ਰਹੇ, ਇਹਦੀ ਸਾਂਭ ਸੰਭਾਲ ਵੀ ਕੀਤੀ ਗਈ। ਪਰ ਨਕਸ਼ਾ ਜਿਹੜਾ ਹੈ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਇਹਦਾ ਰੱਖਿਆ ਗਿਆ ਜਿਵੇਂ 800 ਸਾਲ ਪਹਿਲਾਂ ਗਿਆਸੂਦੀਨ ਨੇ, ਤੁਗਲਕ ਨੇ ਇਹਨੂੰ ਰੱਖਿਆ ਹੋਇਆ। ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਣੇ ਆ। ਇਹ ਜਿਹੜੀ ਦਰਗਾਹ ਬਣੀ ਹੋਈ ਆ ਬੂ ਅਲੀ ਸ਼ਾਹ ਕਲੰਦਰ ਜੀ ਦੀ, ਉਹਦੇ ਅੰਦਰ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਅਸੀਂ। ਔਰ ਇਹ ਸੱਚਮੁੱਚ ਬਿਲਕੁਲ ਤੁਸੀਂ ਦੇਖੋ ਵੀ ਅੰਦਰ ਤੋਂ ਇਹ ਗੋਲ ਆਕਾਰ ਬਣੀ ਹੋਈ ਹੈ, ਬਿਲਕੁਲ ਗੋਲ ਆਕਾਰ ਬਣੀ ਹੋਈ ਹੈ ਇਹ। ਔਰ ਇਹ 800 ਸਾਲ ਪੁਰਾਣੀ ਗਿਆਸੂਦੀਨ ਤੁਗਲਕ ਨੇ ਆਪ ਆਪਣੀ ਹਯਾਤੀ ਦੇ ਵਿੱਚ, ਹਾਜ਼ਰੀ ਦੇ ਵਿੱਚ ਇਹ ਬਣਵਾਈ ਸੀ। ਔਰ ਅੰਦਰੋਂ ਬਿਲਕੁਲ ਇਹ ਪੁਰਾਤਨ ਉਸੇ ਤਰ੍ਹਾਂ ਨਾਲ ਹੀ ਦਿਖਾਈ ਦਿੰਦੀ ਹੈ। ਸੋ ਦਰਸ਼ਕੋ, ਦੱਸਣ ਦੇ ਮੁਤਾਬਕ ਇਹ ਜਿੰਨੀ ਇਹ ਪੁਰਾਣੀ ਬਿਲਡਿੰਗ ਹੈ, ਪਰ ਅਜੇ ਤੱਕ ਵੀ ਇਹਦੇ ਵਿੱਚ ਕਿਤੇ ਨਾ ਸੀਮੈਂਟ ਔਰ ਨਾ ਸਰੀਏ ਦਾ ਪ੍ਰਯੋਗ ਕੀਤਾ ਗਿਆ ਹੈ। ਸੋ ਇਹ ਸਾਰੀ ਲਾਲ ਚੂਨਾ ਪੱਥਰ ਦੀ ਬਣੀ ਹੋਈ ਹੈ। ਉੱਪਰ ਭਾਵੇਂ ਜਿਹੜਾ ਸੀ ਉਹ ਰੰਗ ਕੀਤਾ ਹੋਇਆ ਹਰਾ ਰੰਗ, ਚੂਨਾ ਪੱਥਰ ਦੇ ਨਾਲ ਬਣੀ ਹੋਈ ਹੈ। ਔਰ ਕੋਈ ਇਹਦੇ ਵਿੱਚ ਸਰੀਆ ਜਿਹੜਾ ਹੈ, ਕਿਸੇ ਸਰੀਏ ਦੀ ਵਰਤੋਂ ਨਹੀਂ ਕੀਤੀ ਗਈ। ਔਰ ਤੁਸੀਂ ਆਹ ਦੇਖ ਰਹੇ ਹੋ ਸੰਖਮਰਮਰ ਦੀ ਜਿਹੜੀ ਇਹ ਬਾਉਂਡਰੀ ਬਣੀ ਹੋਈ ਹੈ, ਜਿਨ੍ਹਾਂ ਦੇ ਅੰਦਰ ਕਿ ਉਹਨਾਂ ਦੀ ਦਰਗਾਹ ਬਣੀ ਹੋਈ ਹੈ ਬੂ ਅਲੀ ਸ਼ਾਹ ਕਲੰਦਰ ਜੀ ਦੀ। ਸੋ ਇਹ ਲੋਕ ਮਾਨਤਾ ਆਉਂਦੇ ਜਿੰਦੇ ਕਰ ਲੈਣ ਆਉਂਦੇ ਨੇ ਜੀ। ਸੋ ਇਹ ਜਿਹੜਾ ਪੱਥਰ ਹੈ ਸੰਖਮਰਮਰ, ਇਹ ਵੀ ਦੱਸਿਆ ਜਾਂਦਾ ਵੀ 800 ਸਾਲ ਪਹਿਲਾਂ ਦਾ, ਉਸੇ ਸਮੇਂ ਦਾ ਹੀ ਇਹ ਪੱਥਰ ਹੈ ਜਿਹੜਾ ਇਹ ਤੁਸੀਂ ਦੇਖੋ ਵੀ ਬਣਿਆ ਹੋਇਆ। ਔਰ ਜਿਹੜੀ ਇਹਦੇ ਉੱਤੇ ਮੀਨਾਕਾਰੀ ਕੀਤੀ ਗਈ ਹੈ, ਜਿਹੜੀ ਪੁਰਾਣੀ ਮੁਗਲਿਆ ਸ਼ੈਲੀ ਸੀ, ਜਿੰਨੀਆਂ ਤੁਸੀਂ ਤਾਜ ਮਹਿਲ ਦੇਖੋ ਜਾਂ ਜਿੰਨੀਆਂ ਹੋਰ ਤੁਸੀਂ ਇਮਾਰਤਾਂ ਸੰਖਮਰਮਰ ਦੀਆਂ ਬਣੀਆਂ ਦੇਖੋ, ਜਿਹੜੀਆਂ ਮੁਗਲ ਕਾਲ ਦੇ ਸਮੇਂ ਦੀਆਂ ਬਣੀਆਂ ਹੋਈਆਂ ਨੇ, ਉਹਨਾਂ ਵਿੱਚ ਬਿਲਕੁਲ ਇਸੇ ਤਰ੍ਹਾਂ ਦੀ ਜਿਹੜੀ ਹੈ ਸ਼ੈਲੀ, ਇੱਦਾਂ ਦਾ ਡਿਜ਼ਾਈਨ, ਜਾਲੀਆਂ ਦਾ ਇੱਦਾਂ ਦਾ ਮੀਨਾਕਾਰੀ ਦਾ ਡਿਜ਼ਾਈਨ ਜਿਹੜਾ ਹੈ ਉਹ ਸਾਨੂੰ ਮਿਲਦਾ। ਔਰ ਬਿਲਕੁਲ ਉਹੀ ਡਿਜ਼ਾਈਨ ਜਿਹੜਾ ਹੈ ਉਹ ਇੱਥੇ ਵੀ ਇਹਨਾਂ ਦੀ ਦਰਗਾਹ ਦੇ ਉੱਪਰ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਸੋ ਤੁਸੀਂ ਪਹਿਲੀ ਵਾਰ ਇਹ ਦੇਖ ਰਹੇ ਹੋਵੋਗੇ ਜੀ ਬੂ ਅਲੀ ਸ਼ਾਹ ਕਲੰਦਰ ਜੀ ਦੀ ਦਰਗਾਹ। ਸੋ ਦਰਸ਼ਕੋ, ਦੱਸਿਆ ਜਾਂਦਾ ਹੈ ਵੀ ਜਦੋਂ ਬੂ ਅਲੀ ਸ਼ਾਹ ਕਲੰਦਰ ਜੀ ਸਵਰਗਵਾਸ ਹੋਏ, ਲਗਭਗ 1220-22 ਦਾ ਕਾਲ ਉਹਨਾਂ ਦਾ ਮੰਨਿਆ, ਸਵਰਗਵਾਸ ਹੋਣ ਦਾ ਮੰਨਿਆ ਜਾਂਦਾ ਹੈ। ਤੇ ਉਸ ਸਮੇਂ ਫਿਰ ਇੱਥੇ ਬੁੱਢਾ ਖੇੜਾ ਨਾਮ ਦਾ ਇੱਕ ਨਗਰ ਹੈ, ਉੱਥੇ ਉਹ ਸਵਰਗਵਾਸ ਹੋ ਗਏ ਸਨ। ਔਰ ਉਹ ਉਹਦੀ ਸਰੀਰ ਸੀ ਉਹ ਇਸ ਅਸਥਾਨ ਦੇ ਉੱਤੇ ਲਿਆਂਦਾ ਗਿਆ। ਜਿਹੜੀ ਤੁਸੀਂ ਦਰਗਾਹ ਦੇਖ ਰਹੇ ਹੋ, ਇਸ ਅਸਥਾਨ ਦੇ ਉੱਤੇ ਉਹਨਾਂ ਦਾ ਸਰੀਰ ਲਿਆਂਦਾ ਗਿਆ, ਇੱਕ ਮਾਨਤਾ ਹੈ। ਔਰ ਇੱਥੋਂ ਹੀ ਫਿਰ ਪਾਣੀਪਤ ਦੇ ਕੋਲ ਜਿਹੜੇ ਸੇਵਕ ਸਨ ਉਹ ਵੀ ਇੱਥੇ ਪਹੁੰਚੇ। ਉਹਨਾਂ ਨੇ ਕਿਹਾ ਵੀ ਸਰੀਰ ਅਸੀਂ ਪਾਣੀਪਤ ਲੈ ਕੇ ਜਾਣਾ ਹੈ। ਸੋ ਕਹਿੰਦੇ ਇੱਥੇ ਲੜਾਈ ਹੋ ਗਈ, ਤਲਵਾਰਾਂ ਚੱਲੀਆਂ। ਦੱਸਿਆ ਇੱਥੋਂ ਦੇ ਜੋ ਪ੍ਰਬੰਧਕ ਨੇ ਵੀ ਇੱਥੇ ਦੋ ਧਿਰਾਂ ਵਿੱਚ ਤਲਵਾਰਾਂ ਚੱਲ ਪਈਆਂ ਸਰੀਰ ਪ੍ਰਾਪਤ ਕਰਨ ਦੇ ਲਈ, ਵੀ ਅਸੀਂ ਪਾਣੀਪਤ ਲੈ ਕੇ ਜਾਣਾ ਹੈ, ਅੱਧੇ ਕਹਿੰਦੇ ਅਸੀਂ ਇੱਥੇ ਕਰਨਾਲ ਦੇ ਵਿੱਚ ਹੀ ਰੱਖਣਾ ਇਸੇ ਸਥਾਨ ਦੇ ਉੱਪਰ। ਸੋ ਬਾਅਦ ਵਿੱਚ ਕਹਿੰਦੇ ਬੂ ਅਲੀ ਸ਼ਾਹ ਆਪ ਸਨ ਜਿਹੜੇ ਉੱਠ ਕੇ ਖੜੇ ਹੋ ਗਏ। ਔਰ ਖੜੇ ਹੋ ਕੇ ਪਰ ਉਹਨਾਂ ਨੇ ਕਿਹਾ ਵੀ ਮੈਂ ਦੋਨਾਂ ਥਾਵਾਂ ਦੇ ਉੱਪਰ ਵਸਦਾ ਹਾਂ, ਤੁਸੀਂ ਉੱਥੇ ਜਾ ਕੇ ਵੀ ਵੇਖੋ, ਮੈਂ ਆਪੇ ਉੱਥੇ ਹਾਜ਼ਰ ਹੋ ਜਾਵਾਂਗਾ। ਸੋ ਫਿਰ ਇੱਥੋਂ ਕਹਿੰਦੇ ਕੁਝ ਸੇਵਕ ਸਨ ਜਿਹੜੇ ਉਹ ਉੱਥੇ ਪਾਣੀਪਤ ਵੀ ਗਏ। ਔਰ ਪਾਣੀਪਤ ਜਾ ਕੇ ਫਿਰ ਬੂ ਅਲੀ ਸ਼ਾਹ ਕਲੰਦਰ ਦੇ ਦਰਸ਼ਨ ਉਹਨਾਂ ਨੇ ਕਹਿੰਦੇ ਉੱਥੇ ਵੀ ਉਸੇ ਤਰ੍ਹਾਂ ਦੇ ਨਾਲ ਪਏ ਹੋਏ ਸਨ ਜਿੱਦਾਂ ਇੱਥੇ ਸਨ। ਤੋ ਦੋਨਾਂ ਥਾਵਾਂ ਉੱਤੇ ਕਹਿੰਦੇ ਨੇ ਉਹਨਾਂ ਦੀ ਮਾਨਤਾ ਹੈ।
ਬੂ ਅਲੀ ਸ਼ਾਹ ਕਲੰਦਰ ਜੀ ਦੀ। ਸੋ ਪਾਣੀਪਤ ਵੀ ਮੰਨਿਆ ਜਾਂਦਾ ਹੈ, ਉਹਨਾਂ ਦੇ ਸੇਵਕ ਜਾਂਦੇ ਨੇ ਔਰ ਕਰਨਾਲ ਵੀ ਆਉਂਦੇ ਨੇ। ਔਰ ਬੁੱਢਾ ਖੇੜਾ ਜਿੱਥੇ ਉਹਨਾਂ ਨੇ ਸਰੀਰ ਤਿਆਗਿਆ ਸੀ, ਉਹ ਬੁੱਢਾ ਖੇੜਾ ਵੀ ਜਿਹੜੇ ਉਹਨਾਂ ਦੇ ਭਗਤ ਨੇ, ਪਿਆਰ ਕਰਨ ਵਾਲੇ ਨੇ, ਉਹਨਾਂ ਦੇ ਸੇਵਕ, ਉਹ ਉੱਥੇ ਦਰਸ਼ਨ ਵੀ ਕਰਦੇ ਨੇ। ਸੋ ਬਹੁਤ ਵੱਡਾ ਨਾਮ ਬੂ ਅਲੀ ਸ਼ਾਹ ਕਲੰਦਰ ਦਾ ਇਸਲਾਮ ਜਗਤ ਦੇ ਵਿੱਚ, ਔਰ ਇਕੱਲੇ ਇਸਲਾਮ ਜਗਤ ਦੇ ਵਿੱਚ ਹੀ ਨਹੀਂ, ਹੋਰ ਵੀ ਸਭ ਧਰਮਾਂ ਦੇ ਲੋਕ ਨੇ ਜਿਹੜੇ ਉਹਨਾਂ ਦਾ ਸਤਿਕਾਰ ਕਰਦੇ ਨੇ, ਉਹਨਾਂ ਦੀ ਅਜ਼ਮਤ ਨੂੰ ਮੰਨਦੇ ਨੇ। ਸੋ ਦਰਸ਼ਕੋ, ਇਹ ਸੀ ਬੂ ਅਲੀ ਸ਼ਾਹ ਕਲੰਦਰ ਬਾਰੇ ਜਾਣਕਾਰੀ ਜੋ ਸਾਨੂੰ ਜਿੰਨੇ ਤੱਥਾਂ ਦੇ ਆਧਾਰ ਦੇ ਉੱਤੇ ਮਿਲੀ। ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ ਜੇ। ਮੈਂ ਸੁਬੀਰ ਸਿੰਘ ਚੈਣਾ, ਪੰਜਾਬ ਨਿਊਜ਼ ਲਈ, ਕਰਨਾਲ ਤੋਂ। ਧੰਨਵਾਦ।